सतनाम श्री वाहिगुरु साहिब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। फिरत फिरत प्रभ आया परया तो सरनाई नानक की प्रभ बेनती अपनी भगति लाए। चारे कुंडा भाल कह आए पया सरनाए नानक की प्रभ बेनती अपनी भगति लाए। कहाँ बुद्ध प्रभ तुच्छ हमारी बर न सकै महिमा जे तिहारी हम ना कर सकत सिफत तुम्हारी आप ले हो तुम कथा सुधारी। सत्कारयोग सन्मानयोग साध संगत जी दासरे वल्लों सब संगत नूं फतेह प्रवान होवे। वाहिगुरु जी का खालसा वाहिगुरु जी की फतेह। सतगुरु जी ने महान कृपा की है जो बख्शिश करदियां पातशाह जी ने रहमतां कीतियां ने कृपा की है। जो श्री जाप साहिब जी की पावन बाणी की विचार लड़ीवार आप सरवण कर रहे हो। कल गुरु मेहर नाल 95 नंबर पौड़ी तक विचार है जिहड़ी सरवण कीती सी। अज अगे सतगुरु जी 96 नंबर पौड़ी आरंभ करदे नाल अगला छंद शुरू हुंदा। भुजंग परियात छंद। छंद का नाम है भुजंग परियात छंद। सप की चाल वाला छंद है। कई बार अगे पिछे दसिया। महाराज कृपा करते ने उस वाहिगुरु परमेश्वर की कृपा नूं वर्णन करते ने। चतर चक्कर करता चतर चक्कर करता। चतर चतर नहीं कहना चतर थोड़ा जिहा दब के बोलना भारा बोलना। चतर चक्कर करता चक्कर नूं भी दब के बोलना चक्कर नहीं कहना चक्कर। चतर चक्कर करता। ये वाहिगुरु जी तुसीं चौहां दिशां दे करते है भाव रचनहार हो। सब सृष्टि जीव जंत तुसीं इन्हां दी रचना कीती है। चंद्रमा है सूरज है आकाश है धरती है और 84 लाख जून है। पहाड़ ने समुंदर ने पानी है गुफावां ने जीव ने। ये तुहाडी ही सारी किरत तुसीं इन्हां नूं रचिया है। चतर चक्कर हरता तुसीं चौहां दिशां दे नाश करन वाले कर भी लेने हो फिर नाश भी कर दिंदे हो। फिर परलों महापरलों भी लिया दिंदे हो। महाराज तुसीं बना भी लेंदे हो तुहाडी खेड है। और इन्हां सारिआं नूं तुसीं खत्म करन वाले भी हो नाश करन वाले हो। तुहाडी मौज है महाराज। फिर चतर चक्कर दाने चौहां दिशां नूं सब कुछ देण वाले हो। कोई मासाहारी है कोई पौणहारी है कोई शाकाहारी है। जो भी किसी नूं जरूरत है वो सब नूं देण वाले हो तुसीं।
ਤੁਸੀਂ ਕਿਰਪਾ ਕਰਦੇ ਹੋ। ਇੱਕ ਕਹਿੰਦੇ ਜਾਨਵਰ ਹੈ, ਉਹ ਬਹੁਤਾ ਜੰਗਲਾਂ ਵਿੱਚ ਰਹਿੰਦਾ ਹੈ ਅਤੇ ਉਹਦੀ ਖੁਰਾਕ ਕੀ ਹੈ? ਸ਼ੇਰ ਜਦੋਂ ਮਾਸ ਖਾਂਦਾ ਉਹਦੀਆਂ ਦਾੜ੍ਹਾਂ ਵਿੱਚ ਜਿਹੜਾ ਮਾਸ ਫਸ ਜਾਂਦਾ ਹੈ, ਉਹ ਜਦੋਂ ਸੌਂਦਾ ਹੈ ਸ਼ੇਰ, ਤੇ ਸੌਂ ਕੇ ਜਾਂ ਅੱਖਾਂ ਮੀਚੀਆਂ ਹੁੰਦੀਆਂ ਆਬਾਸੀ ਲੈਂਦਾ, ਉਨੇ ਸਮੇਂ 'ਚ ਹੀ ਉਹ ਮਾਸ ਨੂੰ ਆਪਣੀ ਚੁੰਝ ਨਾਲ ਸ਼ੇਰ ਦੇ ਜ਼ਬਾਨਾਂ ਵਿੱਚੋਂ ਦਾੜ੍ਹਾਂ ਵਿੱਚੋਂ ਕੱਢ ਕੇ ਲੈਂਦਾ, ਉਹ ਖਾਂਦਾ, ਹੋਰ ਕੁਛ ਨਹੀਂ ਖਾਂਦਾ। ਹੁਣ ਇਹ ਵੇਖੋ ਵੀ ਸ਼ੇਰ ਦਾ ਆਬਾਸੀ ਲੈਣਾ ਕੋਈ 5-4 ਘੰਟੇ ਦਾ ਮੂੰਹ ਅੱਡਦਾ ਨਹੀਂ, ਆਬਾਸੀ ਨੂੰ ਕਿੰਨਾ ਕੁ ਟਾਈਮ ਆਉਂਦਾ। ਇੰਨੇ ਸਮੇਂ 'ਚ ਵਾਹਿਗੁਰੂ ਪਰਮੇਸ਼ਰ ਨੇ ਜਿੱਦਾਂ ਰੋਜੀ ਬਣਾਈ ਉੱਦਾਂ ਉਹ ਲਾਈ ਜਾਂਦਾ। ਸੱਪ ਹੈ, ਹੁਣ ਮਿੱਟੀ ਹੀ ਖਾਂਦਾ। ਇਸ ਕਰਕੇ ਸਾਰਿਆਂ ਨੂੰ ਦੇਣ ਵਾਲਾ ਪਰਮਾਤਮਾ, ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ, ਸਾਰਿਆਂ 'ਤੇ ਸਾਧ ਸੰਗਤ ਵਾਹਿਗੁਰੂ ਪਰਮੇਸ਼ਰ ਜੀ ਬਖਸ਼ਿਸ਼ ਕਰਨ ਵਾਲੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭ ਨੂੰ ਦਾਨ ਦਿੰਦੇ ਨੇ, ਦਾਤਾਂ ਦਿੰਦੇ ਨੇ। ਚੱਤਰ ਚੱਕਰ ਜਾਣੇ ਤੇ ਚੌਹਾਂ ਦਿਸ਼ਾ ਵਿੱਚ ਜਿਹੜੇ ਜੀਵ ਰਹਿੰਦੇ ਉਹਨਾਂ ਨੂੰ ਸਭ ਦੀਆਂ ਦਿਲ ਦੀਆਂ ਜਾਣਨ ਵਾਲਾ, ਜਾਂ ਕਦੋਂ ਕਿੱਥੇ ਕੀ ਹੋਣਾ, ਕਦੋਂ ਕਿੱਥੇ ਕੀ ਹੋਣਾ, ਉਹ ਸਭ ਜਾਣਦਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅੰਤਰਜਾਮੀ ਸਭ ਜਾਣੈ, ਤਾਂ ਕਿਸ ਪਹਿ ਅਖ ਸੁਣਾਈਐ। ਕਹਿਣੈ ਕਥਨ ਨਾ ਪੀਜੈ, ਗੋਬਿੰਦ ਹਰ ਪਾਵੈ ਪੈਜ ਰਖਾਈਐ। ਉਹ ਸਭ ਨੂੰ ਜਾਣਦਾ ਹੈ, ਵੱਡਾ ਜਿਹਾ ਹੋਇਆ। ਚੱਤਰ ਚੱਕਰ ਵਰਤੀ, ਉਹ ਚੌਹਾਂ ਦਿਸ਼ਾ ਵਿੱਚ ਵਰਤ ਰਿਹਾ, ਉਹਦੀ ਕਿਰਪਾ ਵਰਤ ਰਹੀ ਹੈ, ਉਹਦੀ ਦ੍ਰਿਸ਼ਟੀ ਵਰਤ ਰਹੀ ਹੈ, ਜੋਤ ਵਰਤ ਰਹੀ ਹੈ ਸਾਰੇ। ਚੱਤਰ ਚੱਕਰ ਭਰਤੀ, ਤੇ ਸਾਰਿਆਂ ਨੂੰ ਚੌਹਾਂ ਦਿਸ਼ਾ ਨੂੰ ਭਰਨ ਵਾਲਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਿਹੜੀ ਚੀਜ਼ ਕੋਈ ਮੰਗਦਾ ਵਾਹਿਗੁਰੂ ਪਰਮੇਸ਼ਰ ਉਹੀ ਉਹਨੂੰ ਦੇਈ ਜਾਂਦੇ, ਸਾਰਿਆਂ ਨੂੰ ਭਰੀ ਜਾਂਦਾ। ਚੱਤਰ ਚੱਕਰ ਪਾਲੇ, ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਚੌਹਾਂ ਦਿਸ਼ਾ ਵਿੱਚ ਸਭ ਦੀ ਪਾਲਣਾ ਕਰਦਾ, ਸਭ ਤੇ ਕਿਰਪਾ ਕਰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਤੁਸੀਂ ਦਾਤੇ ਹੋ, ਠਾਕੁਰ ਹੋ, ਮਾਲਕ ਹੁੰਦਾ ਕਿ ਤੁਸੀਂ ਪ੍ਰਿਤ ਪਾਲਣਾ ਕਰਨ ਵਾਲੇ ਹੋ ਸਾਰੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ। ਸਾਰਿਆਂ ਦੀ ਸਵਾਸ ਕਰਕੇ ਵਾਹਿਗੁਰੂ ਪਰਮੇਸ਼ਰ ਜੀ ਪ੍ਰਤਪਾਲਣਾ ਕਰਦੇ ਨੇ, ਸਭ ਤੇ ਮਿਹਰ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਚੱਤਰ ਚੱਕਰ ਕਾਲੇ, ਸਾਰੇ ਚੌਹਾਂ ਦਿਸ਼ਾ ਵਿੱਚ ਸਾਰੇ ਜੀਵਾਂ ਦਾ ਕਾਲ ਰੂਪ ਵੀ, ਕਾਲ ਵੀ ਉਹੀ ਹੈ, ਖਤਮ ਵੀ ਉਹੀ ਕਰਦਾ ਸਾਰਿਆਂ ਨੂੰ। ਚੱਤਰ ਚੱਕਰ ਪਾਸੇ, ਇਹ ਵਾਹਿਗੁਰੂ ਤੁਸੀਂ ਚੌਹਾਂ ਦਿਸ਼ਾ ਵਿੱਚ ਚੌਹੀਂ ਪਾਸੇ ਪਸਰੇ ਹੋਏ ਹੋ। ਤੁਸੀਂ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਇਹ ਨਹੀਂ ਵੀ ਇਸ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਸਾਰੇ ਹੀ ਵਾਹਿਗੁਰੂ ਪਰਮੇਸ਼ਰ ਜੀ ਫੈਲੇ ਹੋਏ ਨੇ। ਚੱਤਰ ਚੱਕਰ ਵਾਸੇ, ਅਤੇ ਸਾਰੀ ਜਗ੍ਹਾ ਹੀ ਉਹ ਵਸ ਰਿਹਾ। ਜਿੱਥੇ ਉਹਨੂੰ ਕੋਈ ਯਾਦ ਕਰਦਾ ਹੈ ਉੱਥੇ ਹੀ ਉਹਦੀ ਕਿਰਪਾ ਜਿਹੜੀ ਹੈ ਵਰਤ ਰਹੀ ਹੈ ਮਹਾਰਾਜ। ਜਦੋਂ ਕਹਿੰਦੇ ਕਿਸੇ ਕਵੀ ਨੇ ਕਿਹਾ, ਜਦੋਂ ਨਾਮਦੇਵ ਜੀਆਂ ਨੇ ਯਾਦ ਕੀਤਾ, ਜਦੋਂ ਪਾਈ ਤਾਰ ਨਾਮਦੇਵ ਆਪਣੇ ਰਾਮ ਪਿਆਰੇ ਨੂੰ, ਉਹਦੀ ਮੋਈ ਹੋਈ ਗਊ ਜਵਾਈ, ਪਤਾ ਹੈ ਆਲਮ ਸਾਰੇ ਨੂੰ। ਨਾਮਦੇਵ ਜੀ ਸਾਹਮਣੇ ਗਾਂ ਰੱਖੀ ਕਿ ਇਹਨੂੰ ਜਿਉਂਦੀ ਕਰ ਰਾਜਾ ਕਹਿਣ ਲੱਗਾ, ਤੇ ਨਾਮਦੇਵ ਨੇ ਉਹ ਕਿਹਾ ਹੈ ਕਿ ਪਰਮੇਸ਼ਰ ਦੇ ਹੱਥ ਵਿੱਚ ਜੀਣਾ ਮਰਨਾ, ਤੇ ਉਹ ਕਹਿੰਦੇ ਨਹੀਂ, ਤੈਨੂੰ ਜਿਉਂਦੀ ਕਰਨੀ ਪਵੇਗੀ। ਪਰ ਰਾਮ ਨੂੰ ਯਾਦ ਹੀ ਕਰਦੇ, ਸਵਾਸ ਆ ਕੇ ਮੋਈ ਹੋਈ ਗਊ ਵੀ ਜਵਾਈ ਹੈ, ਸਾਰੀ ਦੁਨੀਆ ਨੂੰ ਪਤਾ ਹੈ।
ਜਦੋਂ ਪਾਈ ਧਾਰ ਦ੍ਰੋਪਤਾਂ ਆਪਣੇ ਕ੍ਰਿਸ਼ਨ ਮੁਰਾਰੀ ਨੂੰ। ਕਹਿਣ ਲੱਗੇ ਜਦ ਸਭਾ ਵਿੱਚ, ਦੁਸ਼ਾਸਨ ਦੀ ਸਭਾ ਵਿੱਚ ਲੈ ਕੇ ਆਂਦਾ ਪਾਂਡਵ ਧਨ ਮਾਲ ਹਾਰ ਗਏ, ਆਪਣੀ ਜਨਾਨੀ ਨੂੰ ਵੀ, ਦ੍ਰੋਪਤਾ ਨੂੰ ਵੀ ਹਾਰ ਦਿੱਤਾ ਜੂਏ ਵਿੱਚ। ਤੇ ਉਹ ਫਿਰ ਤੁਹਾਨੂੰ ਪਤਾ ਬੋਲੀ ਮਾਰੀ ਸੀ ਦ੍ਰੋਪਤਾ ਨੇ ਇਹਨਾਂ ਨੂੰ, ਕੈਰਵਾਂ ਨੂੰ, ਔਰ ਉਹ ਈਰਖਾ ਰੱਖਦੇ ਸੀ। ਉਹ ਕਹਿੰਦੇ ਇਹਨੇ ਇੱਦਾਂ ਬੋਲੀ ਮਾਰੀ ਸੀ ਕਿ ਅੰਨਿਆਂ ਦੇ ਅੰਨੇ ਹੁੰਦੇ। ਉਹਨਾਂ ਨੇ ਦਿੱਲੀ ਰੰਗ ਮਹਿਲ ਬਣਾਇਆ, ਅੰਨਿਆਂ ਦੇ ਅੰਨੇ ਹੁੰਦੇ। ਧ੍ਰਿਤਰਾਸ਼ਟਰ ਨੂੰ ਇਹ ਗੱਲ ਕਹੀ ਸੀ। ਉਹਨਾਂ ਨੇ ਈਰਖਾ ਰੱਖੀ ਸੀ ਮਨ ਵਿੱਚ, ਤੇ ਉਹਨੂੰ ਕਹਿੰਦੇ ਸਭਾ 'ਚ ਨਗਨ ਕਰੋ। ਉੱਥੇ 5 ਪਤੀ ਬੈਠੇ ਨੇ, ਭੀਮ ਵਰਗੇ, ਨਕੁਲ ਵਰਗੇ, ਸਹਿਦੇਵ ਵਰਗੇ, ਯੁਧਿਸ਼ਠਰ ਵਰਗੇ। ਉਹਨਾਂ ਨੇ ਤਾਂ ਹਾਰ ਦਿੱਤਾ ਸੀ, ਜੂਏ 'ਚ ਨੀਵੀਆਂ ਪਾ ਲਈਆਂ। ਦਰੋਣਾਚਾਰੀਆ ਉਹਨਾਂ ਦਾ ਗੁਰੂ ਉੱਥੇ ਬੈਠਾ, ਵਿਦਿਆ ਗੁਰੂ, ਉਹ ਵੀ ਨੀਵੀਂ ਪਾ ਗਿਆ ਕਿ ਅਸੀਂ ਹੁਣ ਤੇਰੀ ਮਦਦ ਨਹੀਂ ਕਰ ਸਕਦੇ। ਫਿਰ ਦ੍ਰੋਪਦਾ ਨੇ ਕ੍ਰਿਸ਼ਨ ਜੀ ਨੂੰ ਯਾਦ ਕੀਤਾ। ਫਿਰ ਜਦੋਂ ਪਾਈ ਤਾਰ ਦ੍ਰੋਪਦਾ ਆਪਣੇ ਕ੍ਰਿਸ਼ਨ ਮੁਰਾਰੀ ਨੂੰ, ਉਹਦੀ ਕੱਜ ਕੇ ਪੈਰ ਦਿਖਾਈ, ਟਕਿਆ ਨਗਨ ਵਿਚਾਰੀ ਨੂੰ। ਉਹਨੂੰ ਫਿਰ ਚੀਰਾਂ ਦੇ ਚੀਰ ਕੱਪੜਾ ਬਖਸ਼ ਦਿੱਤਾ, ਬਖਸ਼ਿਸ਼ ਕਰ ਦਿੱਤਾ। ਮਿਹਰ ਕਰਦਾ ਨਾ ਉਹ, ਜਦੋਂ ਉਹਨੂੰ ਯਾਦ ਕਰਦਾ। ਚਾਰੇ ਹੀ ਵਸ ਰਿਹਾ, ਚਾਰੇ ਦਿਸ਼ਾਂ ਵਿੱਚ ਵਸ ਰਿਹਾ, ਉਦੋਂ ਹੀ ਆ ਜਾਂਦਾ। ਫਿਰ ਜਦੋਂ ਪਾਈ ਨਾਨਕੀ ਤਾਰ ਆਪਣੇ ਵੀਰ ਪਿਆਰੇ ਨੂੰ, ਜਦੋਂ ਸਤਿਗੁਰੂ ਜੀ ਕਿਤੇ ਬਹੁਤ ਦੂਰ ਬੈਠੇ ਹਨ, ਮੱਕੇ ਬੈਠੇ ਹਨ, ਉਧਰ ਬੇਬੇ ਨਾਨਕੀ ਸ੍ਰੀ ਸੁਲਤਾਨਪੁਰ ਦੀ ਧਰਤੀ ਤੇ ਬੈਠੇ ਹਨ, ਫੁਲਕਾ ਬਣਾ ਰਹੇ ਨੇ। ਔਰ ਫੁਲਕਾ ਫੁੱਲਿਆ ਹੈ, ਫੁਲਕਾ, ਤੇ ਮਨ ਵਿੱਚ ਖਿਆਲ ਆਇਆ ਵੀਰ ਨਾਲ ਪਿਆਰ ਬਹੁਤ ਸੀ ਕਿ ਮੇਰਾ ਵੀਰ ਜੇ ਛਕੇ ਤਾਂ ਹੈ। ਕਈਆਂ ਨੇ ਸੁਲਤਾਨਪੁਰ ਕਿਹਾ, ਕਈਆਂ ਨੇ ਸਾਖੀਕਾਰਾਂ ਨੇ ਇਹ ਤਲਵੰਡੀ ਵੀ ਆਖਿਆ ਹੈ। ਔਰ ਚਲੋ ਕਿਤੇ ਵੀ ਹੋਵੇ, ਆਪਾਂ ਤਾਂ ਕਿਰਪਾ ਲੈਣੀ ਹੈ ਯਾਦ ਕਰਕੇ ਸਤਿਗੁਰੂ ਜੀ ਨੂੰ। ਤੇ ਯਾਦ ਕੀਤਾ ਕਿ ਤੇ ਵੀਰ ਦੇ ਛਕਣ ਵਾਲਾ ਹੈ। ਯਾਦ ਕੀਤਾ ਕਿਉਂਕਿ ਕਿਹਾ ਸੀ ਇੱਥੋਂ ਪਰੇ ਨਹੀਂ ਕਦੇ ਵੀ ਹੋਵਾਂਗਾ ਬੇਬੇ, ਜਦੋਂ ਤੁਸੀਂ ਮੈਨੂੰ ਯਾਦ ਕਰੋਗੇ ਉਦੋਂ ਮੈਂ ਪਲਾਂ ਵਿੱਚ ਤੁਹਾਡੇ ਪਾਸ ਹੋਵਾਂਗਾ। ਯਾਦ ਕੀਤਾ ਤੇ ਮੱਕੇ ਬੈਠੇ ਮਹਾਰਾਜ ਤੇ ਮਰਦਾਨੇ ਨੂੰ ਸਤਿਗੁਰੂ ਕਹਿਣ ਲੱਗੇ, ਬਾਲੇ ਮਰਦਾਨੇ ਨੂੰ, ਭਾਈ ਬੇਬੇ ਯਾਦ ਕਰਦੀ, ਚਲੋ ਚੱਲੀਏ, ਪਾਓ ਖੜਾਵਾਂ ਆਪਣੀਆਂ। ਮਰਦਾਨਾ ਕਹਿਣ ਲੱਗੇ ਮਹਾਰਾਜ ਸਫ਼ਰ ਬਹੁਤ ਹੈ ਹੁਣ। ਕਹਿੰਦੇ ਨੇਤਰ ਬੰਦ ਕਰਕੇ ਕਹਿ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਹਿ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿੰਦੇ ਮਰਦਾਨਾ ਜੀ ਫਿਰ ਕਹਿ ਸ੍ਰੀ ਵਾਹਿਗੁਰੂ ਜੀ। ਨੇਤਰ ਬੰਦ ਕਰਕੇ ਵਾਹਿਗੁਰੂ ਕਹਿ। ਫਿਰ ਜਦ ਨੇਤਰ ਬੰਦ ਕਰਕੇ ਸ੍ਰੀ ਵਾਹਿਗੁਰੂ ਦਾ ਉਚਾਰਨ ਕੀਤਾ, ਸਤਿਗੁਰੂ ਨੇ ਸਤ ਕਰਤਾਰ ਦਾ ਉਚਾਰਨ ਕੀਤਾ। ਔਰ ਜਦ ਨੇਤਰ ਬੰਦ ਕੀਤੇ ਸਨ, ਮੱਕੇ ਬੈਠੇ ਸਨ, ਜਦ ਨੇਤਰ ਖੋਲੇ ਹਨ, ਨੇਤਰ ਕੀਆ ਪ੍ਰਗਾਸ, ਤੇ ਕੀ ਦੇਖਦੇ ਹਨ? ਬੇਬੇ ਨਾਨਕੀ ਚੌਂਕੇ ਵਿੱਚ ਬੈਠੀ ਹੈ, ਫੁਲਕਾ ਉੱਪਰੋਂ ਲੈ ਰਿਹਾ, ਹਲੇ ਤਵੇ ਤੇ ਹੀ ਹੈ। ਜਦੋਂ ਫੁੱਲਿਆ ਸੀ ਤਵੇ ਤੇ ਹੀ ਸੀ, ਹਲੇ ਲਾਹਿਆ ਵੀ ਨਹੀਂ ਇਹਨੇ ਨੂੰ। ਪਾਤਸ਼ਾਹ ਜੀ ਆ ਕੇ ਬਿਰਾਜਮਾਨ ਬੋਲਿਆ, ਬੇਬੇ ਤੂੰ ਬਹੁਤ ਯਾਦ ਕਰਦੀ, ਅਸੀਂ ਮੱਕੇ ਸੀ ਉੱਥੋਂ ਆਏ। ਛਕਾ, ਫਿਰ ਛਕਿਆ। ਵਿਦਵਾਨ ਕਹਿੰਦਾ ਜਦੋਂ ਪਾਈ ਤਾਰ ਨਾਨਕੀ ਆਪਣੇ ਵੀਰ ਪਿਆਰੇ ਨੂੰ, ਸਤਿਗੁਰ ਚੱਲ ਕੇ ਮੱਕਿਓਂ ਆਏ, ਦਿੱਤਾ ਆਣ ਦਿਦਾਰੇ ਨੂੰ। ਮੱਕਿਓਂ ਚੱਲ ਕੇ ਮਹਾਰਾਜ ਆ ਕੇ ਦਿਦਾਰ ਦਿੱਤੇ ਹਨ। ਜਲ ਪਾਣੀ ਛਕਿਆ, ਸਾਰੇ ਹੀ ਆ, ਸਾਰਿਆਂ ਦੀਆਂ ਜਾਣਦਾ, ਸਾਰੇ ਹੀ ਵਸ ਰਿਹਾ ਹੈ।
ਚੱਤਰ ਚੱਕਰ ਮਾਨਿਆ ਚੌਹਾਂ ਦਿਸ਼ਾ ਵਿੱਚ ਮਾਣਯੋਗ ਹੈ, ਮਾਣਨੀਕ ਹੈ, ਸਾਰੇ ਹੀ ਮੰਨਦੇ ਉਸ ਵਾਹਿਗੁਰੂ ਪਰਮੇਸ਼ਰ ਨੂੰ। ਚੱਤਰ ਚੱਕਰ ਦਾਨਿਆ, ਉਹ ਸਾਰੇ ਚੌਹਾਂ ਚੱਕਾਂ ਨੂੰ ਦਾਤਾਂ ਦੇਣ ਵਾਲਾ ਹੈ, ਦਾਨ ਦੇਣ ਵਾਲਾ ਹੈ। ਜਾਂ ਦਾਨਿਆ ਹੁੰਦਾ ਮਹਾਨ ਪੁਰਖ, ਦਾਨਾ ਸਿਆਣਾ, ਉਹ ਚੌਹਾਂ ਦਿਸ਼ਾ ਵਿੱਚ ਹੀ, ਕਿਉਂਕਿ ਪਹਿਲਾਂ ਮਾਨਿਆ ਸ਼ਬਦ ਹੈ, ਮਾਣਯੋਗ ਹੋਣ ਕਰਕੇ ਬਹੁਤ ਸਿਆਣਾ ਪੁਰਖ ਵਾਹਿਗੁਰੂ ਪਰਮੇਸ਼ਰ ਚੌਹਾਂ ਦਿਸ਼ਾ ਵਿੱਚ ਹੀ ਵਰਤ ਰਿਹਾ ਹੈ ਜਾਂ ਦਾਨ ਦੇ ਰਿਹਾ ਹੈ ਸਾਰਿਆਂ ਨੂੰ। ਅੱਗੇ ਸੱਚੇ ਪਾਤਸ਼ਾਹ ਅਗਲਾ ਛੰਦ ਫਿਰ ਹੋਰ ਆਰੰਭ ਕਰਦੇ ਨੇ। ਚਾਚਰੀ ਛੰਦ, ਇਹ ਬਿਜਲੀ ਆਕਾਸ਼ੀ ਬਿਜਲੀ ਚਾਲ ਵਾਲਾ ਛੰਦ ਹੈ। ਛੰਦ ਦਾ ਨਾਮ ਹੈ ਚਾਚਰੀ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਦੇ ਨੇ। ਨਾ ਸਤਰ ਵਾਹਿਗੁਰੂ ਤੇਰਾ ਕੋਈ ਦੁਸ਼ਮਣ ਨਹੀਂ ਹੈ, ਤੂੰ ਸਾਰਿਆਂ ਨੂੰ ਹੀ ਪਿਆਰ ਕਰਦਾ, ਤੇਰਾ ਨਹੀਂ ਕੋਈ ਦੁਸ਼ਮਣ। ਰੰਗਜੇਬ ਦੀ ਸਿਰ ਧੜ ਦੀ ਬਾਜੀ ਲੱਗੀ ਦੀ ਕਲਗੀਧਰ ਪਾਤਸ਼ਾਹ ਜੀ ਹੈ ਨਾ, ਜਦੋਂ ਰੰਗਜੇਬ ਚੜ੍ਹਾਈ ਕਰ ਗਿਆ ਰੰਗਾਬਾਦ, ਫਿਰ ਤਾਰਾ ਆਜਮ ਸੀ ਉਹਦਾ ਲੜਕਾ ਛੋਟਾ, ਬਹਾਦਰ ਸ਼ਾਹ ਵੱਡਾ, ਤੇ ਤਾਰਾ ਆਜਮ ਫੌਜਾਂ ਕਰਕੇ ਭਾਰੀ ਹੋਣ ਕਰਕੇ ਤਖਤ ਉਹਨੇ ਹਿੰਦੁਸਤਾਨ ਦਾ ਲੈਣਾ ਸੀ। ਜੰਗ ਸ਼ੁਰੂ ਹੋਇਆ, ਸਤਿਗੁਰੂ ਨੂੰ ਬੇਨਤੀ ਕੀਤੀ ਆ ਕੇ, ਮਹਾਰਾਜ ਤੁਸੀਂ ਕਿਰਪਾ ਕਰੋ। ਮੇਰਾ ਮਹਾਰਾਜ ਨੇ ਸਿੰਘ ਵੀ ਭੇਜੇ ਸਨ, ਆਪਣੀ ਕਿਰਪਾ ਕਰਕੇ ਤਾਰਾ ਆਜਮ ਨੂੰ ਗੱਡੀ ਚੜ੍ਹਾਇਆ ਤੇ ਜਿਹੜਾ ਹਿੰਦੁਸਤਾਨ ਦਾ ਤਖਤ ਸੀ ਉਹ ਦਵਾ ਦਿੱਤਾ ਸੀ ਬਹਾਦਰ ਸ਼ਾਹ ਨੂੰ। ਨਹੀਂ ਕੀ ਲੋੜ ਸੀ, ਮਹਾਰਾਜ ਤਾਂ ਦੁਸ਼ਮਣੀ ਰੱਖਦਾ ਸੀ ਉਹ। ਤੇ ਉਹ ਵੀ ਇਹ ਵੀ ਪਤਾ ਸੀ ਬਹਾਦਰ ਸ਼ਾਹ ਨੂੰ ਕਿ ਪਿਤਾ ਨਾਲ ਇੰਨਾ ਵੈਰ ਰਿਹਾ, ਪਿਤਾ ਇੰਨਾ ਵੈਰ ਕਰਦਾ ਰਿਹਾ ਸਤਿਗੁਰੂ ਜੀ ਨਾਲ। ਪਰ ਜਦੋਂ ਬੇਨਤੀ ਕੀਤੀ, ਉਹ ਬਹੁਤ ਨਿਰਵੈਰ ਹੈ ਨਾ ਪਾਤਸ਼ਾਹ ਜੀ, ਉਹ ਤਾਂ ਨਿੰਦਿਆ ਕਰਨ ਵਾਲਿਆਂ ਨੂੰ ਵੀ ਤਾਰ ਦਿੰਦਾ ਹੈ, ਪਾਪੀਆਂ ਨੂੰ ਤਾਰਦਾ ਹੈ, ਪੁੰਨੀਆਂ ਨੂੰ ਵੀ ਤਾਰਦਾ ਹੈ, ਅਪਰਾਧ ਕਰਨ ਵਾਲਿਆਂ ਨੂੰ, ਉਹਨੂੰ ਮਾੜਾ ਕਹੀ ਜਾਵੇ, ਕੋਈ ਨਿੰਦਿਆ ਕਰੀ ਜਾਵੇ ਰੱਜ ਕੇ, ਜਦੋਂ ਸ਼ਰਨ ਵਿੱਚ ਹੋ ਆ ਜਾਏ ਤੇ ਉਹਨੂੰ ਵੀ ਤਾਰ ਦਿੰਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰ ਸੁਆਮੀ ਸੰਦਾ, ਜੋ ਕਿਹਾ। ਇਹ ਨਹੀਂ ਕਿ ਵੀ ਨਾਮ ਜਪਣ ਵਾਲੇ ਸੰਤ ਹੀ ਸ਼ਰਨ ਆਉਣਗੇ ਉਹਨਾਂ ਨੂੰ ਲਾਵਾਂਗਾ ਮੈਂ ਕੰਠ ਨਾਲ, ਕਹਿੰਦੇ ਜੋ ਜਿਹੜਾ ਵੀ ਆ ਗਿਆ ਉਹਨੂੰ ਉਹ ਆਪਣੀ ਛਾਤੀ ਨਾਲ ਗਲੇ ਨਾਲ ਕੰਠ ਨਾਲ ਲਾ ਲੈਂਦਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਬਿਰਦ ਆਦਤ ਹੈ, ਸੁਭਾਅ ਹੈ ਵਾਹਿਗੁਰੂ ਪਰਮੇਸ਼ਰ ਜੀਆਂ ਦਾ, ਉਹਦਾ ਕੋਈ ਦੁਸ਼ਮਣ ਨਹੀਂ ਹੈ। ਨਾ ਮਿੱਤਰ ਹੈ, ਤੇ ਉਹਦਾ ਮਿੱਤਰ ਵੀ ਨਹੀਂ ਹੈ, ਦੋਸਤ ਵੀ ਨਹੀਂ ਹੈ। ਉਹ ਅਮਲਾਂ ਦੇ ਨਿਬੇੜੇ ਕਰ ਦਿੰਦਾ। ਜੇ ਕੋਈ ਇਹ ਕਰੇ ਵੀ ਸਾਡਾ ਤਾਂ ਮਿੱਤਰ ਆ, ਅਸੀਂ ਤਾਂ ਮਹਾਰਾਜ ਦੇ ਕੋਲੇ ਰਹਿੰਦੇ ਹਰ ਵਕਤ, ਏਦਾਂ ਵੀ ਨਹੀਂ ਹੈ। ਉਹ ਕਈ ਵਾਰੀ ਕੋਲੇ ਬੈਠਿਆਂ ਦੀ ਮਗਰੋਂ ਸੁਣਦਾ, ਪਹਿਲਾਂ ਦੂਰ ਵਾਲੇ ਸੁਣ ਲੈਂਦਾ। ਨਾ ਉਹਦਾ ਮਿੱਤਰ ਹੈ, ਨਾ ਉਹਦਾ ਕੋਈ ਦੁਸ਼ਮਣ ਹੈ, ਨਾ ਭਰਮੰ ਵਾਹਿਗੁਰੂ, ਨਾ ਹੀ ਤੈਨੂੰ ਕੋਈ ਭਰਮ ਹੈ, ਅਸੀਂ ਭਰਮਾਂ ਦੇ ਭਰੇ ਪਏ ਹਾਂ। ਨਾ ਪਿੱਤਰ ਹੈ, ਨਾ ਹੀ ਤੈਨੂੰ ਕਿਸੇ ਦਾ ਡਰ ਹੈ। ਪਿੱਤਰ ਹੈ ਹੁੰਦਾ ਡਰ, ਨਾ ਹੀ ਕਿਸੇ ਦਾ ਡਰ ਹੈ ਤੁਹਾਨੂੰ। ਨਾ ਕਰਮੰ, ਤੁਸੀਂ ਕਰਮਾਂ ਤੋਂ ਰਹਿਤ ਹੋ, ਕੋਈ ਕਰਮ ਨਹੀਂ ਕਰਦੇ। ਨਾ ਕਾਏ, ਨਾ ਤੁਹਾਡਾ ਕੋਈ ਸਰੀਰ ਹੈ, ਕਾਇਆ ਕਾਏ ਸਰੀਰ ਹੈ। ਪ੍ਰਤੱਖ ਅਜਨਮੰ, ਤੁਸੀਂ ਜਨਮ ਵਿੱਚ ਨਹੀਂ ਆਉਂਦੇ, ਜਨਮ ਤੋਂ ਬਿਨਾਂ ਹੈ। ਅਜਾਏ, ਨਾ ਹੀ ਤੁਸੀਂ ਜਾਏ ਭਾਵ ਇਸਤਰੀ ਤੋਂ ਪੈਦਾ ਹੁੰਦੇ ਹੋ, ਜਨਮ ਲੈਂਦੇ ਹੋ, ਮਾਤਾ ਤੋਂ ਪੈਦਾ ਹੁੰਦੇ ਹੋ। ਤੁਸੀਂ ਸੁਤੇ ਸਿੱਧ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋ। ਨਾ ਚਿੱਤਰ ਹੈ, ਤੇਰੀ ਕੋਈ ਤਸਵੀਰ ਨਹੀਂ ਅਸਲ ਵਿੱਚ, ਉੱਦਾਂ ਕਲਪਤ ਬਣਾਈਆਂ ਅਸੀਂ। ਅਸਲ ਵਿੱਚ ਉਹ ਤਾਂ ਪ੍ਰਕਾਸ਼ ਦੀ ਕੀ ਤਸਵੀਰ ਹੁੰਦੀ ਹੈ, ਪ੍ਰਕਾਸ਼ ਦਾ ਕੋਈ ਤਸਵੀਰ ਹੁੰਦੀ ਹੋਈ ਨਹੀਂ, ਉਹ ਪ੍ਰਕਾਸ਼ ਰੂਪ ਹੈ ਨਾ। ਹਾਂ ਕੁਛ ਸਮਾਂ, ਥੋੜ੍ਹੇ ਸਮੇਂ ਵਿੱਚ ਇਹਨਾਂ ਸਰੂਪਾਂ ਵਿੱਚ ਆਏ, ਫਿਰ ਪਹਿਲੇ ਸਰੂਪ 'ਚ ਆਏ, ਦੂਜੇ 'ਚ ਆਏ, ਤੀਜੇ 'ਚ ਆਏ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, 10ਵੇਂ, ਫਿਰ ਸ਼ਬਦ ਵਿੱਚ ਲੀਨ ਹੋ ਗਏ, ਸ਼ਬਦ ਰੂਪ ਹੋ ਗਏ, ਫਿਰ ਪ੍ਰਕਾਸ਼ ਰੂਪ ਹੋ ਗਏ। ਗੁਰੂ ਗ੍ਰੰਥ ਸਾਹਿਬ ਅੱਜ ਮੱਥਾ ਟੇਕਦੇ ਸ਼ਬਦ ਗੁਰੂ।
ਉਹਦਾ ਕੋਈ ਚਿੱਤਰ ਵੀ ਨਹੀਂ, ਨਾ ਮਿੱਤਰ ਹੈ ਨਾ ਕੋਈ ਮਿੱਤਰ ਹੈ ਉਹਦਾ। ਦੋ ਵਾਰੀ ਆ ਗਿਆ ਨਾ, ਪਹਿਲਾਂ ਆਇਆ ਨਾ ਸੱਤਰ ਹੈ ਨਾ ਮਿੱਤਰ ਹੈ, ਹੁਣ ਆਇਆ ਨਾ ਚਿੱਤਰ ਹੈ ਨਾ ਮਿੱਤਰ ਹੈ। ਪਰੇ ਹੈ ਤੁਸੀਂ, ਪਰੇ ਤੋਂ ਪਰੇ ਹੋ, ਨਿਰਲੇਪ ਹੋ ਤੁਸੀਂ। ਪਵਿੱਤਰ ਹੈ ਤੇ ਪਵਿੱਤਰ ਰੂਪ ਹੋ ਤੁਸੀਂ ਮਹਾਰਾਜ। ਤੁਹਾਡੇ ਵਰਗਾ ਨਿਰਮਲ, ਤੁਹਾਡੇ ਵਰਗਾ ਪਵਿੱਤਰ ਹੋਰ ਨਹੀਂ ਹੈ ਕੋਈ, ਤੁਸੀਂ ਹੀ ਹੋ। ਪ੍ਰਿਥੀ ਸੈ ਤੁਸੀਂ, ਈਸੈ ਈਸ ਹੁੰਦਾ ਮਾਲਕ, ਪ੍ਰਿਥੀ ਸੈ ਈੜੀ ਗੁਪਤ ਇਹਦੇ ਵਿੱਚ ਅਰਥ ਕਰਨ ਲੱਗਿਆ ਉਹ ਆ ਜਾਂਦੀ ਹੈ, ਮਿਲ ਜਾਂਦੀ ਹੈ। ਪ੍ਰਿਥੀ ਈਸੈ ਭਾਵ ਤੁਸੀਂ ਪ੍ਰਿਥੀ ਸੈ ਹੁੰਦਾ ਪ੍ਰਿਥਵੀ ਦੇ ਮਾਲਕ ਹੋ। ਅਦੀਸੈ ਤੁਸੀਂ ਆਦ ਈਸ਼ਵਰ ਹੋ, ਆਦ ਤੋਂ ਹੀ ਪ੍ਰਮਾਤਮਾ ਹੋ, ਜਾਂ ਤੁਸੀਂ ਦਿਸਦੇ ਨਹੀਂ, ਦਿਸਣ ਤੋਂ ਬਿਨਾਂ ਹੋ। ਅਦ੍ਰਿਸ਼ੈ ਤੁਸੀਂ ਦਿਖਾਈ ਨਹੀਂ ਦਿੰਦੇ। ਅਕਰਸ਼ੈ ਤੁਸੀਂ ਕਮਜ਼ੋਰ ਨਹੀਂ ਹੁੰਦੇ। ਕ੍ਰਿਸ ਹੋਣਾ, ਵੀਕ ਹੋ ਜਾਣਾ, ਕਮਜ਼ੋਰ ਹੋ ਜਾਣਾ, ਕ੍ਰਿਸ ਹੋਣਾ। ਅਕ੍ਰਿਸ ਹੈ ਤੁਸੀਂ ਕਮਜ਼ੋਰ ਨਹੀਂ ਹੁੰਦੇ, ਲਿੱਸੇ ਨਹੀਂ ਹੁੰਦੇ, ਕਿਉਂਕਿ ਸਰੀਰ ਹੈ ਹੀ ਨਹੀਂ, ਜਦ ਜੋਤ ਹੈ, ਪ੍ਰਕਾਸ਼ ਰੂਪ ਹੋ ਤੁਸੀਂ। ਸੋ ਇੰਨੀ ਕੁ ਅੱਜ ਦੀ ਸੇਵਾ ਪ੍ਰਵਾਨ ਕਰਨੀ। ਗੁਰੂ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਾਂ ਕਰਨ। ਹੁਣ ਆਪਾਂ ਅੱਧੇ ਜਾਪ ਸਾਹਿਬ ਤੋਂ 199 ਪੌੜੀਆਂ ਨੇ ਸਾਰੀਆਂ, ਤੇ 102 ਪੌੜੀਆਂ ਤੱਕ ਆਪਾਂ ਅੱਜ ਵਿਚਾਰ ਕੀਤੀ ਹੈ। ਕੱਲ ਨੂੰ ਅੱਗੇ ਮਹਾਰਾਜ ਕਿਰਪਾ ਦੇ ਛੰਦ ਵਿੱਚ ਕਰਨਗੇ। ਅਰਬੀ ਔਰ ਫਾਰਸੀ ਦੇ ਸ਼ਬਦ ਉਹਦੇ ਇਸ ਛੰਦ ਵਿੱਚ ਬਹੁਤ ਆਉਣੇ ਨੇ। ਗੁਰੂ ਨੇ ਆਪ ਹੀ ਕਿਰਪਾ ਕਰਨੀ, ਆਪ ਹੀ ਉਹਨਾਂ ਦੇ ਬਿਰਧ, ਆਪ ਹੀ ਸੰਗਤ ਦੀ ਸੇਵਾ ਲੈਂਦੇ ਨੇ, ਆਪ ਹੀ ਉਹਨਾਂ ਨੇ ਬਾਣੀ ਦੀ ਵਿਚਾਰ ਕਰਨ ਵਾਸਤੇ ਸਾਨੂੰ ਲਾਇਆ। ਆਪ ਪਾਤਸ਼ਾਹ ਜੀ ਸਿਰ ਤੇ ਹੱਥ ਰੱਖ ਕੇ ਹੀ ਸੇਵਾ ਕਰਵਾਉਂਦੇ ਨੇ, ਉਹਨਾਂ ਦੀ ਮਿਹਰ ਨਾਲ ਹੈ, ਕਿਰਪਾ ਨਾਲ ਹੈ। ਕਿ ਮਹਾਂਪੁਰਖਾਂ ਨੇ ਮੈਨੂੰ ਬਚਨ ਸੁਣਾਇਆ ਸੀ ਇੱਕ ਪਟਿਆਲੇ ਤੋਂ, ਕਹਿੰਦੇ ਅਸੀਂ ਉਹਨਾਂ ਚਿਰ ਕਥਾ ਨਹੀਂ ਸ਼ੁਰੂ ਕਰਦੇ ਜਿੰਨਾ ਚਿਰ ਕਲਗੀਧਰ ਪਾਤਸ਼ਾਹ ਸਿਰ ਤੇ ਹੱਥ ਨਹੀਂ ਰੱਖਦੇ। ਅਸੀਂ ਉਹ ਬੜੀ ਕਿਰਪਾ ਉਹਨਾਂ ਤੇ, ਉੱਦਾਂ ਬਾਹਰ ਨਹੀਂ ਬਾਹਲਾ ਜਾਂਦੇ, ਉਹ ਬੰਦਗੀ ਜੀ ਲੱਗੇ ਰਹਿੰਦੇ। ਐਸੇ ਗੁਰਮੁਖਾਂ ਦੀ ਸੰਗਤ ਸਾਨੂੰ ਹੁੰਦੀ ਹੋਈ ਰਹਿੰਦੀ ਹੈ ਜੋ ਸਮਾਂ ਮਿਲਦਾ। ਕਹਿੰਦੇ ਅਸੀਂ ਕਥਾ ਕਰਦੇ, ਅਸੀਂ ਸੰਗਤ ਨੂੰ ਪਤਾ, ਖੜੇ ਰਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾ ਕੇ, ਫਿਰ ਬਹਿ ਜਾਣਾ ਹੌਲੀ ਹੌਲੀ ਮੱਥਾ ਟੇਕ ਕੇ, ਕੋਈ ਸੰਗਤ ਬੈਠੀ ਰਹਿਣਾ। ਕਹਿੰਦੇ ਜਦ ਅਸੀਂ ਬੇਨਤੀਆਂ ਕਰੀ ਜਾਂਦੇ, ਮੂਲ ਮੰਤਰ ਦਾ ਪਾਠ ਕਰੀ ਜਾਂਦੇ, ਜਦ ਸਤਿਗੁਰੂ ਸਿਰ ਤੇ ਹੱਥ ਰੱਖਦੇ ਹਨ ਤੇ ਫਿਰ ਅਸੀਂ ਵਿਚਾਰ ਹੈ ਬਾਣੀ ਦੀ ਆਰੰਭ ਕਰਦੇ। ਉਹਨਾਂ ਦਾ ਸਿਰ ਤੇ ਹੱਥ ਹੀ ਹੈ, ਮਾਲਕ ਦਾ ਮਿਹਰ ਹੀ ਕਰ ਰਹੇ ਹਨ, ਬਖਸ਼ਿਸ਼ ਕਰ ਰਹੇ ਹਨ। ਮਸਕੀਨ ਜੀ ਪਹਿਲਾਂ ਹੋਰ ਬਿਰਤੀ, ਫਿਰ ਹੋਰ ਸਾਧੂਆਂ ਵਾਲੀ ਹੋ ਗਈ, ਫਿਰ ਸੰਗਤ ਨੂੰ ਵੀ ਕਹਿਣਾ, ਦੋ ਸਿੰਘ ਮਸਕੀਨ ਜੀ ਤੁਸੀਂ ਪਿੱਛੇ ਖੜੇ ਹੁੰਦੇ, ਤੁਹਾਡੇ ਕਦੇ ਬੈਠੇ ਹੁੰਦੇ। ਉਹਨਾਂ ਕਿਹਾ ਅੱਛਾ। ਸੰਤ ਬਾਬਾ ਸੁੰਦਰ ਸਿੰਘ ਜੀ ਕਿਤੇ ਕਥਾ ਕਰਨ ਵਾਸਤੇ ਗਏ, ਇੱਕ ਵਿੱਚ ਕਥਾ ਕਰੀ ਜਾਂਦੇ, ਮਹਾਂਪੁਰਖ ਖੜ ਕੇ ਕੀਰਤਨ ਕਰਦੇ ਹੁੰਦੇ ਸੀ। ਇੱਕ ਨੇ ਰੌਲਾ ਪਾਇਆ ਦੀਵਾਨ 'ਚ, ਉਹ ਸ਼ਹੀਦ ਸਿੰਘ ਪਿੱਛੇ। ਉਹ ਲੋਕ ਬਾਅਦ 'ਚ ਪੁੱਛਣ ਲੱਗੇ, ਕਹਿੰਦੇ ਤਾਂ ਮੂਰਖ ਕਮਲਾ ਝੱਲਾ, ਕਹਿੰਦੇ ਤੂੰ ਝੱਲਿਆਂ ਵਾਲੀਆਂ ਗੱਲਾਂ ਕਰਦਾ। ਮਹਾਂਪੁਰਖਾਂ ਨੂੰ ਬਾਅਦ 'ਚ ਕਹਿੰਦੇ ਤੁਸੀਂ ਕਹਿ ਦਿਓ ਵੀ ਹੈ ਨਹੀਂ ਸੀ, ਆਖੋ ਸ੍ਰੀ ਵਾਹਿਗੁਰੂ। ਤੁਸੀਂ ਆਪ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੋ ਵੀ ਹੈ ਨਹੀਂ ਸੀ। ਸ਼ਹੀਦ ਸਿੰਘ ਖੜੇ ਨਹੀਂ ਹੁੰਦੇ ਮਗਰ। ਉਹ ਕਹਿੰਦੇ ਚੁੱਪ ਕਰ ਜਾ ਤੂੰ, ਐਵੇਂ ਸੰਗਤ ਨੂੰ ਤੂੰ ਜੇ ਕੋਈ ਕਿਰਪਾ ਉਹਨੂੰ ਸੰਭਾਲ ਲਈਦਾ ਹੁੰਦਾ। ਕਹਿੰਦਾ ਕਹਿ ਦਿਓ ਫਿਰ ਵੀ ਹੈ ਨਹੀਂ ਸੀ, ਝੂਠ ਬੋਲਦਾ ਹੈ। ਮੈਨੂੰ ਚੱਲਾ ਕਹਿੰਦਾ ਇੱਦਾਂ, ਉਹ ਇਹ ਤਾਂ ਉਹਦੀ ਮਿਹਰ ਹੈ, ਉਹਦੀ ਕਿਰਪਾ ਹੈ, ਉਹਦੀ ਬਖਸ਼ਿਸ਼ ਹੈ। ਪਾਤਸ਼ਾਹ ਇੱਦਾਂ ਹੀ ਆਪਣੇ ਸਭ ਸੰਗਤ 'ਤੇ ਸਤਿਗੁਰੂ ਪਾਤਸ਼ਾਹ ਜੀ ਆਪਣੀ ਮਿਹਰ ਰੱਖਣ, ਕਿਰਪਾ ਰੱਖਣ। ਭਾਈ ਕਥਾ ਸੁਣਿਆ ਕਰੋ, ਅੰਮ੍ਰਿਤ ਵੇਲਾ ਸੰਭਾਲੋ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਕੀ ਪਹੁਲ ਲਓ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਭਾਈ ਡੱਲੇ ਨੂੰ ਕਈ ਵਾਰੀ ਕਹਿਣਾ ਅੰਮ੍ਰਿਤ ਛਕ ਲਾਓ,
ਹੋਰ ਸਿੰਘਾਂ ਨੇ ਵੀ ਕਹਿਣਾ। ਸ੍ਰੀ ਦਮਦਮਾ ਸਾਹਿਬ ਬੜਾ ਪਿਆਰ ਕਰਦੇ ਸੀ ਭਾਈ ਡੱਲੇ ਨਾਲ ਸਤਿਗੁਰੂ ਜੀ। ਕਈ ਵਾਰੀ ਸੀਤ ਪ੍ਰਸ਼ਾਦ ਦੇ ਦਿੰਦੇ ਸੀ, ਛਕਦਿਆਂ ਮਹਾਰਾਜ ਨੇ ਸੀਤ ਪ੍ਰਸ਼ਾਦ ਦੇ ਦੇਣਾ, ਡੱਲੇ ਲੈ ਤੂੰ ਛਕਦਾ। ਕਹਿੰਦੇ ਅੰਮ੍ਰਿਤ ਹੀ ਆ, ਮੈਂ ਸੀਤ ਪ੍ਰਸ਼ਾਦ ਛਕ ਲੈਣਾ। ਸਿੰਘਾਂ ਨੇ ਸਤਿਗੁਰੂ ਨੂੰ ਬੇਨਤੀ ਕੀਤੀ, ਕਹਿੰਦੇ ਡੱਲਿਆ ਨਹੀਂ, ਉਹ ਗੱਲ ਹੋਰ ਹੈ, ਅੰਮ੍ਰਿਤ ਹੋਰ ਚੀਜ਼ ਹੈ। ਫਿਰ ਇੱਕ ਦਿਨ ਪਿਆਰ ਵਿੱਚ ਆ ਗਿਆ, ਬਰਾਗ ਵਿੱਚ ਬੈਠਾ ਸਤਿਗੁਰੂ ਕਹਿੰਦੇ ਮੰਗਲਾ ਡੱਲਿਆ ਕੁਛ। ਕਹਿੰਦੇ ਸਤਿਗੁਰੂ ਪੀੜੀ ਜਿੰਨੀ ਜਗ੍ਹਾ ਆਪਣੇ ਚਰਨਾਂ 'ਚ ਦਰਗਾਹ ਦੇ ਦਿਓ, ਕਲਗੀਧਰ ਦੇ ਚਰਨ ਹੀ ਦਰਗਾਹ ਹੈ। ਪਾਤਸ਼ਾਹ ਕਹਿੰਦੇ ਇਹ ਗੱਲ ਝੂਠ ਡੱਲਿਆ, ਤੂੰ ਮੈਨੂੰ ਸੰਸਾਰ ਦਿੱਤਾ, ਦੁਨੀਆ ਦਿੱਤੀ ਹੈ, ਸੇਵਾ ਬਹੁਤ ਕੀਤੀ ਸੀ ਉਹਨੇ ਮਹਾਰਾਜ, ਇਹਦੇ ਵਾਸਤੇ ਸੰਸਾਰ ਤੈਨੂੰ ਦੇ ਸਕਦੇ ਹਾਂ, ਤੈਨੂੰ ਰਾਜਾ ਬਣਾ ਦਿੰਦੇ, ਮਹਾਰਾਜਾ ਬਣਾ ਦਿੰਦੇ, ਕੋਈ ਮਾਇਆ ਪਦਾਰਥ ਦੇ ਦਿੰਦੇ, ਜ਼ਮੀਨ ਜਾਇਦਾਦ ਦੇ ਦਿੰਦੇ ਹਾਂ ਤੈਨੂੰ, ਤੇਰੀ ਉਮਰ ਵੱਡੀ ਕਰ ਦਿੰਦੇ। ਜਿਹੜੀ ਦਰਗਾਹ ਦੀ ਗੱਲ ਹੈ ਉੱਥੇ ਤਾਂ ਗੁਰੂ ਵਾਲੇ ਨੂੰ ਹੀ ਜਗ੍ਹਾ ਮਿਲਦੀ ਆ। ਆਖੋ ਸ਼੍ਰੀ ਵਾਹਿਗੁਰੂ, ਗੁਰੂ ਵਾਲੇ ਨੂੰ ਹੀ। ਮਹਾਰਾਜ ਕਹਿੰਦੇ ਨਿਗੁਰੇ ਕਾ ਹੈ ਨਾਉ ਬੁਰਾ। ਕਹਿੰਦੇ ਅੰਮ੍ਰਿਤ ਛਕ ਲਾ, ਖੰਡੇ ਦੀ ਪੌ ਲੈ ਲਾ, ਫਿਰ ਪੀੜੀ ਦੀ ਗੱਲ ਨਹੀਂ, ਪਲੰਗਾ ਡਾਲੀ ਉੱਥੇ ਜਾ ਕੇ ਬਸ। ਗੁਰਮੁਖੋ ਆਪ ਅੰਮ੍ਰਿਤਧਾਰੀ ਹੋਵੋ, ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਓ, ਖੰਡੇ ਦੀ ਪਹੁ ਲਓ, ਨਿਤਨੇਮ ਕਰੋ, ਨਾਮ ਦਾ ਅਭਿਆਸ ਕਰੋ, ਮੂਲ ਮੰਤਰ ਗੁਰਮੰਤਰ ਦਾ ਜਿੰਨਾ ਅਭਿਆਸ ਹੋ ਜਾਵੇ ਉਨਾ ਹੀ ਥੋੜ੍ਹਾ ਹੈ। ਫਿਰ ਆਪੇ ਹੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ ਜਿਹੜੀ ਵਰਤ ਜਾਏਗੀ। ਸੋ ਦਾਸ ਵੱਲੋਂ ਇੰਨੀਆਂ ਕੀ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨੀਆਂ। ਆਪਣੇ ਦਰ ਦਾ ਕੂਕਰ ਜਾਣ ਕੇ ਖਿਮਾ ਕਰਨਾ, ਅਸੀਸ ਦੇਣੀ, ਅਰਦਾਸ ਕਰਨੀ, ਪਾਤਸ਼ਾਹ ਰਹਿਮਤ ਕਰੀ। ਇਸ ਤਰ੍ਹਾਂ ਹੀ ਆਪਣੇ ਸੰਗਤਾਂ ਦੀ ਸੇਵਾ, ਆਪ ਜੀ ਦੀ ਸੇਵਾ, ਗੁਰਬਾਣੀ ਦੀ ਵਿਚਾਰ ਕਰਨ ਦੀ ਪਾਤਸ਼ਾਹ ਜੀ ਇੱਥੇ ਇਸੇ ਤਰ੍ਹਾਂ ਹੀ ਦਾਤ ਬਖਸ਼ਣ, ਮੇਰਾ ਕਰਨ। ਮੈਂ ਅਰਦਾਸ ਕਰਦਾ ਜਿੰਨੀ ਵੀ ਸੰਗਤ ਪਿਆਰ ਨਾਲ ਸਰਵਣ ਕਰਦੀ ਹੈ, ਕਲਗੀਧਰ ਪਾਤਸ਼ਾਹ ਸਭ ਨੂੰ ਰੰਗ ਭਾਗ ਲਾਇਓ, ਸਭ ਤੇ ਕਿਰਪਾ ਕਰਿਓ, ਬਖਸ਼ਿਸ਼ ਕਰਿਓ, ਹੋਰ ਅੱਗੇ ਰਹਿਮਤਾਂ, ਹੋਰ ਜ਼ਿਆਦਾ ਰਹਿਮਤਾਂ ਬਰਸਾਇਓ, ਸਾਰੇ ਸੰਸਾਰ ਨੂੰ ਨਾਮ ਬਾਣੀ ਨਾਲ ਜੋੜੋ, ਭੁੱਲਾਂ ਬਖਸ਼ਣੀਆਂ ਦੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।